ਸਤਿ ਸ਼੍ਰੀ ਅਕਾਲ, ਨਮਸਤੇ ਜੀ ਆਇਆਂ ਨੂੰ ਬੱਚਿਓ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਸੋ ਅੱਜ ਦੇ ਜਿਹੜੀ ਵਿੱਚ ਅਸੀਂ ਅਗਲਾ ਪਾਠ ਕਰਨ ਜਾ ਰਹੇ ਹਾਂ ਉਹ ਅਸੀਂ 11th ਕਲਾਸ 11ਵੀਂ ਕਲਾਸ ਦੀ ਕਵਿਤਾਵਾਂ ਦਾ ਹਿੱਸਾ ਹੈ। ਜਿਹੜੀ ਇੱਕ ਰਚਨਾ ਲਿਖੀ ਹੋਈ ਹੈ ਬਾਬਾ ਫਰੀਦ ਜੀ ਦੀ, ਉਸ ਦਾ ਅਸੀਂ ਅੱਜ ਅਧਿਐਨ ਕਰਾਂਗੇ, ਉਸਨੂੰ ਪੜਾਂਗੇ, ਸਮਝਾਂਗੇ। ਸੋ ਜਿਹੜੇ ਬਾਬਾ ਫਰੀਦ ਜੀ, ਜਿਨ੍ਹਾਂ ਨੂੰ ਸ਼ੇਖ ਫਰੀਦ ਜੀ ਵੀ ਕਹਿੰਦੇ ਹਨ, ਉਹਨਾਂ ਨੂੰ ਉਹ ਸੂਫੀ ਜਿਹੜੇ ਕਵੀ ਹੁੰਦੇ ਹਨ, ਜਿਸ ਤਰ੍ਹਾਂ ਬਹੁਤ ਤਰ੍ਹਾਂ ਦੇ ਕਵੀ ਹੁੰਦੇ ਹਨ, ਕੋਈ ਆਧੁਨਿਕ ਕਵਿਤਾ ਲਿਖਦਾ ਹੈ, ਕੋਈ ਗੁਰਮੁਖ ਵਾਲੀ ਕਵਿਤਾ ਗੁਰਮੁਖੀ ਦੀ ਕਵੀ ਲਿਖਦਾ ਹੈ, ਗੁਰੂਆਂ ਵੱਲ ਲਿਖਦਾ, ਇਸ ਤਰ੍ਹਾਂ ਇੱਕ ਸੂਫੀ ਕਵਿਤਾ ਵੀ ਹੁੰਦੀ ਹੈ। ਸੋ ਪੰਜਾਬੀ ਦੇ ਜਿਹੜੇ ਸੂਫੀ ਕਵੀਆਂ ਵਿੱਚੋਂ ਸ਼ੇਖ ਫਰੀਦ ਜੀ ਦਾ ਬਹੁਤ ਉੱਤਮ ਸਥਾਨ ਹੈ। ਆਪ ਨੂੰ ਸੂਫੀ ਕਵਿਤਾ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਸੋ ਅੱਜ ਅਸੀਂ ਉਹਨਾਂ ਦੀ ਰਚਨਾ ਪੜਾਂਗੇ ਜੋ ਕਿ ਹੈ ਬਾਬਾ ਫਰੀਦ ਦੀ ਬਹੁਤ ਉੱਤਮ ਰਚਨਾ ਹੈ। ਸੋ ਉਸ 'ਤੇ ਪਹਿਲਾ ਪੈਰਾ ਅਸੀਂ ਹੁਣ ਪੜ੍ਹਨ ਲੱਗੇ ਹਾਂ। ਪਹਿਲਾ ਪੈਰਾ ਹੈ ਜਿਸੇ ਬਾਬਾ ਫਰੀਦ ਜੀ ਕਹਿ ਰਹੇ ਹਨ। ਇੱਕ ਗੱਲ ਦਾ ਹੋਰ ਧਿਆਨ ਰੱਖਣਾ ਕਿ ਜਿੰਨੀ ਵੀ ਬਾਬਾ ਫਰੀਦ ਜੀ ਨੇ ਰਚਨਾ ਲਿਖੀ ਹੈ, ਸਭ ਜਿਹੜੀ ਹੈ ਰੱਬ ਦੇ ਨਾਲ ਸੰਬੰਧਿਤ ਲਿਖੀ ਹੈ। ਸੋ ਪਹਿਲੇ ਪੈਰੇ ਤੋਂ ਹੀ ਪਤਾ ਲੱਗ ਜਾਏਗਾ, ਜਿਸ ਕਹਿ ਰਹੇ ਹਨ ਫਰੀਦਾ ਗਲੀਏ ਚਿੱਕੜ। ਗਲੀਏ ਮਤਲਬ ਗਲੀ, ਚਿੱਕੜ ਮਤਲਬ ਕੀਚੜ। ਫਰੀਦ ਜੀ ਕਹਿ ਰਹੇ ਨੇ ਕਿ ਉਹਨਾਂ ਦੀ ਗਲੀ ਵਿੱਚ ਕੀ ਪਿਆ ਹੋਇਆ ਹੈ? ਕੀਚੜ ਜਾਂ ਚਿੱਕੜ। ਦੂਰ ਘਰ ਨਾਲ ਨੇਹ, ਨੇਹ ਦਾ ਮਤਲਬ ਹੁੰਦਾ ਹੈ ਪਿਆਰ। ਕੀ ਕਹਿ ਰਹੇ ਨੇ ਕਿ ਮੇਰੀ ਗਲੀ ਵਿੱਚ ਚਿੱਕੜ ਹੈ, ਕੀਚੜ ਹੈ। ਦੂਰ ਘਰ, ਮੇਰਾ ਜਿਸ ਨਾਲ ਮੇਰਾ ਪਿਆਰ ਹੈ ਉਸਦਾ ਘਰ ਮੇਰੇ ਘਰ ਤੋਂ ਬੜੀ ਦੂਰ ਹੈ। ਫਿਰ ਕਹਿ ਰਹੇ ਨੇ ਫਰੀਦ ਜੀ ਕਹਿ ਰਹੇ ਨੇ ਕਿ ਗਲੀ ਵਿੱਚ ਕੀਚੜ ਜਾਂ ਚਿੱਕੜ ਭਰਿਆ ਹੋਇਆ ਕੀਚੜ ਹੈ, ਔਰ ਜਿਸ ਨਾਲ ਮੇਰਾ ਪਿਆਰ ਹੈ ਉਸਦਾ ਘਰ ਮੇਰੇ ਘਰ ਤੋਂ ਬੜੀ ਦੂਰ ਹੈ। ਚੱਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨੇ। ਬਹੁਤ ਵਧੀਆ ਲਾਈਨ ਹੈ, ਧਿਆਨ ਨਾਲ ਸਮਝਣਾ। ਫਰੀਦ ਜੀ ਬਾਰਿਸ਼ ਕਹਿੰਦੇ ਕਿ ਹੋ ਰਹੀ ਹੈ, ਕਿ ਬਾਰਿਸ਼ ਹੋ ਰਹੀ ਜਿਸ ਕਾਰਨ ਗਲੀ ਵਿੱਚ ਸਾਰਾ ਕੀਚੜ ਜਾਂ ਚਿੱਕੜ ਹੋਇਆ ਪਿਆ ਹੈ, ਔਰ ਜਿਸ ਨਾਲ ਮੇਰਾ ਪਿਆਰ ਹੈ, ਜਿਸ ਪ੍ਰਭੂ ਨਾਲ ਮੇਰਾ ਪਿਆਰ ਹੈ, ਉਸਦਾ ਘਰ ਮੇਰੇ ਤੋਂ ਦੂਰ ਹੈ। ਚਲਾਂ ਤਾਂ ਭਿੱਜੇ ਕੰਬਲੀ, ਕਿ ਜੇ ਉਸ ਪ੍ਰਭੂ ਨੂੰ ਮੈਂ ਮਿਲਣ ਜਾਣਾ ਹਾਂ, ਉਸ ਪ੍ਰਭੂ ਦੇ ਨਾਲ, ਉਸ ਪ੍ਰਭੂ ਦੇ ਦਰਸ਼ਨ ਕਰਨ ਜਾਣਾ, ਕਿਉਂਕਿ ਉਹਨਾਂ ਦਾ ਰੋਜ਼ ਦਾ ਨਿਯਮ ਹੈ, ਉਹ ਜਾਂਦੇ ਹਨ। ਔਰ ਕਹਿੰਦੇ ਅਗਰ ਮੈਂ ਜਾਣਾ ਹਾਂ, ਚੱਲਾਂ ਤਾਂ ਭਿੱਜੇ ਕੰਬਲੀ, ਅਗਰ ਮੈਂ ਜਾਣਾ ਤਾਂ ਮੇਰਾ ਕੰਬਲ ਭਿੱਜ ਜਾਂਦਾ ਹੈ। ਜਿਹੜਾ ਮੈਂ ਉਹ ਬਾਬਾ ਫਰੀਦ ਜੀ ਆਪਣੇ ਮੋਢੇ 'ਤੇ ਹਮੇਸ਼ਾ ਇੱਕ ਕੰਬਲ ਰੱਖਦੇ ਸੀ, ਤੇ ਕਹਿੰਦੇ ਮੈਂ ਜਾਣਾ ਤੇ ਮੇਰਾ ਕੰਬਲ ਭਿੱਜੇਗਾ, ਕਿਉਂਕਿ ਬਾਰਿਸ਼ ਹੋ ਰਹੀ, ਮੀਂਹ ਹੋ ਰਿਹਾ। ਰਾਹਾਂ ਤਾਂ ਟੁੱਟੇ ਨੇ, ਅਗਰ ਮੈਂ ਨਹੀਂ ਜਾਂਦਾ, ਰਾਹਾਂ ਅਗਰ ਮੈਂ ਨਹੀਂ ਜਾਂਦਾ ਅੱਜ, ਤੇ ਮੇਰਾ ਪਿਆਰ ਟੁੱਟਦਾ ਹੈ, ਮੇਰਾ ਜਿਹੜਾ ਇੱਕ ਨਿਯਮ ਬਣਿਆ ਹੋਇਆ ਰੋਜ਼ ਦਾ ਮੇਰਾ, ਉਹ ਟੁੱਟਦਾ ਹੈ। ਫਿਰ ਕਹਿੰਦੇ ਨੇ ਭਿੱਜੇ ਸਿੱਜੇ ਕੰਬਲੀ, ਅੱਲਾ ਵਰਸਾਏ ਮੇਹ। ਮੇਹ ਮਤਲਬ ਬਾਰਿਸ਼। ਕਹਿੰਦੇ ਚਾਹੇ ਮੇਰੀ ਕੰਬਲ ਭਿੱਜ ਜੇ, ਅੱਲਾ ਯਾਨੀ ਕਿ ਪਰਮਾਤਮਾ ਕਿੰਨਾ ਮਰਜੀ ਮੀਂਹ ਵਰਾਈ ਜਾਏ, ਬਾਰਿਸ਼ ਕਰੀ ਜਾਏ, ਮੇਰਾ ਕੰਬਲ ਭਿੱਜੇ। ਜਾ ਮਿਲਾਂ ਤਿਨ ਸੱਜਣਾ, ਮੈਂ ਆਪਣੇ ਸੱਜਣ, ਸੱਜਣ ਕੌਣ ਹੈ? ਪ੍ਰਭੂ। ਮੈਂ ਆਪਣੇ ਸੱਜਣ ਨੂੰ ਜਾ ਕੇ ਮਿਲਾਂਗਾ, ਉਸਦੇ ਦਰਸ਼ਨ ਕਰਾਂਗਾ ਹੀ ਕਰਾਂਗਾ। ਟੁੱਟੇ ਨਾ ਹੀ ਨੇਹ, ਨੇਹ ਮਤਲਬ ਪਿਆਰ। ਮੈਂ ਆਪਣਾ ਪਿਆਰ ਜਿਹੜਾ ਹੈ ਟੁੱਟਣ ਨਹੀਂ ਦਾਂਗਾ। ਫਰੀਦ ਜੀ ਕਹਿ ਰਹੇ ਨੇ ਕਿ ਬਾਰਿਸ਼ ਹੋ ਰਹੀ ਹੈ, ਬਾਰਿਸ਼ ਕਾਰਨ ਉਹਨਾਂ ਦੀ ਗਲੀ ਵਿੱਚ ਕੀਚੜ ਜਾਂ ਚਿੱਕੜ ਹੋ ਗਿਆ ਹੈ, ਜਿਸ ਦੇ ਨਾਲ ਉਹਨਾਂ ਦਾ ਪਿਆਰ ਹੈ, ਉਸਦਾ ਘਰ ਬੜੀ ਦੂਰ ਹੈ। ਕਹਿੰਦੇ ਅਗਰ ਮੈਂ ਜਾਣਾ ਹਾਂ ਉਹਨੂੰ ਮਿਲਣ ਤੇ ਮੇਰਾ ਕੰਬਲ ਭਿੱਜਦਾ ਹੈ ਬਾਰਿਸ਼ ਦੇ ਨਾਲ, ਨਹੀਂ ਜਾਣਾ ਤਾਂ ਮੇਰਾ ਨੇਹ ਟੁੱਟਦਾ, ਪਿਆਰ ਟੁੱਟਦਾ, ਰੋਜ਼ ਦਾ ਨਿਯਮ ਟੁੱਟਦਾ ਹੈ। ਔਰ ਫਿਰ ਕਹਿੰਦੇ ਨੇ ਜਿੰਨਾ ਮਰਜੀ ਪਰਮਾਤਮਾ ਜਾਂ ਅੱਲਾ ਮੀਂਹ ਵਰਸਾਏ, ਮੈਂ ਆਪਣੇ ਸੱਜਣ ਨੂੰ ਮਿਲਾਂਗਾ, ਚਾਹੇ ਮੇਰਾ ਕੰਬਲ ਵੀ ਭਿੱਜ ਜੇ, ਚਾਹੇ ਕੁਝ ਵੀ ਹੋ ਜੇ। ਜਾਂ ਮਿਲਾਂ ਤਿੰਨ ਸੱਜਣਾ ਟੁੱਟੇ ਨਹੀਂ, ਮੈਂ ਆਪਣਾ ਪਿਆਰ, ਆਪਣਾ ਨੇਹ, ਆਪਣਾ ਨਿਯਮ ਨਹੀਂ ਟੁੱਟਣ ਦਾਂਗਾ, ਜੋ ਮਰਜੀ ਹੋ ਜਾ। ਸੋ ਪਹਿਲਾ ਪੈਰਾ ਸਾਡਾ ਹੋ ਗਿਆ ਬਾਬਾ ਫਰੀਦ ਜੀ ਦਾ। ਦੂਸਰਾ ਪੈਰਾ ਕਰਨ ਜਾ ਰਹੇ ਹਨ। ਦੂਸਰੇ ਪੈਰੇ 'ਚ ਫਰੀਦ ਜੀ ਕਹਿ ਰਹੇ ਹਨ ਫਰੀਦਾ ਦਰ ਦਰਵਾਜੇ ਜਾ ਕੇ ਕਿਉਂ ਡਿੱਠੋ ਘੜਿਆਲ। ਘੜਿਆਲ ਸ਼ਬਦ ਤੋਂ ਭਾਵ ਹੈ ਜਿਹੜੀ ਅੱਜ ਕੱਲ੍ਹ ਤਾਂ ਜਿਹੜੇ ਕਿ ਦੀਵਾਰ 'ਤੇ ਘੜੀ ਲੱਗੀ ਹੁੰਦੀ, ਕਲੌਕ ਲੱਗਾ ਹੁੰਦਾ, ਨਾਰਮਲ ਜਿਹਾ ਹੁੰਦਾ, ਜਿਸ 'ਚ 3 ਸੂਈਆਂ ਹੁੰਦੀਆਂ। ਪਹਿਲਾਂ ਲੋਕਾਂ ਦੇ ਉਹ ਲੱਗੀ ਹੁੰਦੀ ਸੀ, 'ਚ 1 ਘੰਟਾ ਲੱਗਾ ਹੁੰਦਾ ਸੀ। ਘੜਿਆਲ ਲੱਗਾ ਜਿਹੜਾ ਕਿ ਹਰ ਘੰਟੇ ਬਾਅਦ ਵੱਜਦਾ ਸੀ। 1 ਵਜਾ ਤੇ 1 ਵਾਰੀ, 2 ਵਜਾ ਤਾਂ 2 ਵਾਰੀ, 12 ਵਜੇ ਤਾਂ 12 ਵਜੇ ਘੜਿਆਲ ਵੱਜਦਾ ਸੀ। ਇੱਥੇ ਉਸ ਘੜਿਆਲ ਦੇ ਨਾਲ ਇਨਸਾਨ ਦੀ ਤੁਲਨਾ ਕੀਤੀ ਗਈ ਹੈ। ਕਹਿ ਰਹੇ ਨੇ ਕਿ ਫਰੀਦਾ ਦਰ ਦਰਵਾਜੇ ਜਾ ਕੇ ਕਿਉਂ ਡਿੱਠੋ ਘੜਿਆਲ। ਫਰੀਦ ਜੀ ਫਰਮਾਉਂਦੇ ਨੇ ਕਿ ਹੇ ਇਨਸਾਨ, ਕੀ ਕਦੀ ਕਿਸੇ ਬੂਹੇ ਤੇ, ਕਿਸੇ ਦਰਵਾਜ਼ੇ ਉੱਤੇ ਜਾ ਕੇ ਤੂੰ ਕਦੇ ਘੜਿਆਲ ਵੱਜਦਾ ਦੇਖਿਆ? ਕਿ ਕਿਸੇ ਦੇ ਦਰਵਾਜ਼ੇ ਤੇ ਘੜਿਆਲ ਆਪਣੇ ਆਪ ਵੱਜਦਾ ਦੇਖਿਆ, ਜਾਂ ਘੜਿਆਲ ਨੂੰ ਕੋਈ ਘੜਿਆਲ ਇਸ ਤਰ੍ਹਾਂ ਵੱਜਦਾ ਰਹਿੰਦਾ ਹੈ? ਇਹ ਨਿਰਦੋਸ਼ਾ ਮਾਰੀਏ, ਕਿ ਇਸ ਘੜਿਆਲ ਦੀ ਕੀ ਗਲਤੀ ਹੈ? ਇਹਨੂੰ ਇੱਕ ਕਲੌਕ ਜਾਂ ਘੜੀ ਦੇ ਵਿੱਚ ਲਾਇਆ ਗਿਆ ਹੈ, ਟਾਈਮ ਸੈੱਟ ਕੀਤਾ ਗਿਆ ਕਿ ਹਰ ਘੜੀ, ਹਰ ਘੰਟੇ ਬਾਅਦ ਇਹ ਵੱਜੇਗਾ, ਤੇ ਨਿਰਦੋਸ਼, ਇਹਦੀ ਕੋਈ ਗਲਤੀ ਥੋੜੀ ਹੈ। ਇਹ ਤੇ ਨਿਰਦੋਸ਼ ਹੈ, ਨਿਰਦੋਸ਼ਾ ਮਾਰੀਏ। ਇਸ ਵਿਚਾਰੇ ਨਿਰਦੋਸ਼ ਨੂੰ ਹਮੇਸ਼ਾ ਮਾਰ ਪੈਂਦੀ ਰਹਿੰਦੀ ਹੈ। ਤੇ ਜਿਹੜੇ ਅਸੀਂ ਇਨਸਾਨ ਹਾਂ, ਜਿਹੜੇ ਕਿ ਬਹੁਤ ਸਾਰੇ ਗੁਨਾਹ ਕਰਦੇ, ਸੋਚੋ ਸਾਡੇ ਇਨਸਾਨਾਂ ਦਾ ਕੀ ਹਾਲ ਹੋਏਗਾ। ਕਿ ਜਿਹੜਾ ਘੜਿਆਲ ਹੈ ਉਹ ਨਿਰਦੋਸ਼ ਹੈ, ਉਹਨੂੰ ਹਰ ਘੜੀ ਮਾਰ ਪੈਂਦੀ ਹੈ, ਪਰ ਉਹਦਾ ਕੋਈ ਕਸੂਰ ਕੋਈ ਨਹੀਂ। ਤੇ ਅਸੀਂ ਇਨਸਾਨ ਜਿਹੜੇ ਇੰਨੇ ਗੁਨਾਹ ਕਰਦੇ ਹਾਂ, ਸੋਚੋ ਸਾਡਾ ਕੀ ਹਾਲ ਹੋਏਗਾ ਜਦੋਂ ਅਸੀਂ ਪਰਮਾਤਮਾ ਦੇ ਘਰ ਜਾਵਾਂਗੇ ਤਾਂ। ਘੜੀਏ ਘੜੀਏ ਮਾਰੀਏ ਪਹਿਰੀ ਲਏ ਸਜਾਏ। ਕਹਿੰਦੇ ਨੇ ਕਿ ਜਿਹੜਾ ਘੜਿਆਲ ਹੁੰਦਾ, ਹਰੇਕ ਘੜੀ ਪਿੱਛੋਂ, ਹਰੇਕ ਪਹਿਰ ਪਿੱਛੋਂ ਕੁੱਟ ਖਾਂਦਾ, ਮਾਰ ਖਾਂਦਾ। ਜਿਸ ਤਰ੍ਹਾਂ ਵੀ ਟਾਈਮ ਹੁੰਦਾ ਉਸ ਹਿਸਾਬ ਨਾਲ ਉਹਦੀ ਘੜਿਆਲ ਉਨੀ ਵਾਰੀ ਵੱਜਦਾ, ਘੰਟਾ ਵੱਜਦਾ, ਉਹਨੂੰ ਮਾਰ ਪੈਂਦੀ, ਇੱਧਰ ਉੱਧਰ ਜਦੋਂ ਹਿਲਦਾ ਉਹਨੂੰ ਮਾਰ ਪੈਂਦੀ ਹੈ। ਸੋ ਹੇੜਾ ਘੜਿਆਲ ਜਿਉ ਦੁਖੀ ਰਹਿਣ ਵਿਹਾਏ।
ਹੇੜਾ ਸ਼ਬਦ ਤੋਂ ਭਾਵ ਹੈ ਸਰੀਰ, ਕਿ ਸਾਡਾ ਵੀ ਜਿਹੜਾ ਸਰੀਰ ਉਸ ਘੜਿਆਲ ਵਾਂਗੂ ਹੀ ਹੈ। ਦੁਖੀ ਰਹਿਣ ਵਿਹਾਏ, ਵਿਹਾਏ ਮਤਲਬ ਹੁੰਦਾ ਬੀਤ ਜਾਣਾ, ਰਹਿਣ ਮਤਲਬ ਹੁੰਦੀ ਹੈ ਰਾਤ। ਤੇ ਕਹਿੰਦੇ ਕਿ ਘੜਿਆਲ ਵਾਂਗ ਹੀ ਸਾਡਾ ਸਰੀਰ ਹੈ, ਜਿਹੜਾ ਕਿ ਇਸ ਦੁਨੀਆ 'ਚ ਆ ਕੇ ਸੰਸਾਰਿਕ ਪਦਾਰਥਾਂ ਦਾ ਆਨੰਦ ਲੈਣ ਵਿੱਚ ਲੱਗਾ ਹੋਇਆ ਹੈ। ਜੋ ਅਸੀਂ ਜ਼ਿੰਦਗੀ ਦਾ ਮੇਨ ਮਕਸਦ ਹੈ ਅਸੀਂ ਭੁੱਲ ਗਏ, ਅਸੀਂ ਸੰਸਾਰਿਕ ਚੀਜ਼ਾਂ ਵਿੱਚ ਫਸ ਗਏ ਹਾਂ। ਅਸੀਂ ਰੱਬ ਦਾ ਨਾਮ ਨਹੀਂ ਲੈਂਦੇ, ਚੰਗੇ ਕਰਮ ਨਹੀਂ ਕਰਦੇ। ਤਾਂ ਸੋਚੋ ਕਿ ਅਸੀਂ ਜਦੋਂ ਰੱਬ ਦੀ ਦਰਗਾਹ ਵਿੱਚ ਜਾਵਾਂਗੇ, ਪਰਮਾਤਮਾ ਕੋਲ ਜਾਵਾਂਗੇ ਮਰਨ ਤੋਂ ਬਾਅਦ, ਤਾਂ ਸੋਚੋ ਸਾਡਾ ਕੀ ਹਾਲ ਹੋਏਗਾ। ਅਸੀਂ ਇੰਨੇ ਗੁਨਾਹ ਕਰਕੇ ਇੱਥੋਂ ਜਾਵਾਂਗੇ। ਘੜਿਆਲ ਜਿਹੜਾ ਉਹ ਤਾਂ ਕੋਈ ਗੁਨਾਹ ਨਹੀਂ ਕਰਦਾ, ਫਿਰ ਵੀ ਉਹਨੂੰ ਹਰ ਘੜੀ ਮਾਰ ਪੈਂਦੀ, ਫਿਰ ਵੀ ਵੱਜਦਾ ਹੈ। ਤੇ ਜਿਹੜੇ ਅਸੀਂ ਇਨਸਾਨ ਹਾਂ, ਜਿਹੜੇ ਅਸੀਂ ਇੰਨੇ ਗੁਨਾਹ ਇੰਨੇ ਦੋਸ਼ ਕਰਦੇ ਹਾਂ, ਉਹਨਾਂ ਦਾ ਕੀ ਹਾਲ ਹੋਏਗਾ। ਸੋ ਹਜੇ ਵੀ ਵਕਤ ਹੈ, ਆਪਣੇ ਆਪ ਨੂੰ ਇਹ ਇਨਸਾਨ ਸੰਭਾਲ ਲੈ। तो तीसरा पैरा है, उठ फरीद जी कह रहे हैं, उठ फरीदा उज्जू साज। उज्जू का मतलब होंदा है जिस तरह मुसलमान ਜਿਹੜੇ ਲੋਕ ਹੁੰਦੇ ਹਨ ਨਾ, ਕਿ ਉਹ ਨਮਾਜ਼ ਪੜ੍ਹਨ ਤੋਂ ਪਹਿਲਾਂ 5 ਟਾਈਮ ਦੀ ਨਮਾਜ਼ ਪੜ੍ਹਦੇ ਹਨ। ਨਮਾਜ਼ ਪੜ੍ਹਨ ਤੋਂ ਪਹਿਲਾਂ ਆਪਣੇ ਮੂੰਹ ਹੱਥ ਪੈਰ ਜਿਹੜੇ ਧੋਂਦੇ ਹਨ, ਉਹਨੂੰ ਕਹਿੰਦੇ ਨੇ ਉੱਜੂ ਕਰਨਾ। ਉੱਠ ਫਰੀਦਾ ਉੱਜੂ ਸਾਜ। ਉੱਜੂ ਸਾਜ ਨਮਾਜ਼ ਪੜ੍ਹਨ ਤੋਂ ਪਹਿਲਾਂ ਹੱਥ ਮੂੰਹ ਧੋਣਾ, ਸਾਜ ਮਤਲਬ ਉੱਜੂ ਕਰ ਲੈਣ। ਸੁਬਾ ਨਿਵਾਜ਼ ਗੁਜ਼ਾਰ। ਸੁਬਾ ਮਤਲਬ ਸਵੇਰ, ਸਵੇਰ ਦੀ ਜਿਹੜੀ ਨਮਾਜ਼ ਹੈ ਗੁਜ਼ਾਰ, ਉਹਨੂੰ ਪੜ੍ਹ। ਇਹ ਫਰੀਦ ਜੀ ਕਰੇ ਇਨਸਾਨ ਉੱਠ, ਇਨਸਾਨ ਉੱਜੂ ਕਰ, ਹੱਥ ਮੂੰਹ ਧੋ, ਸਵੇਰ ਦੀ ਉੱਠ ਕੇ ਨਮਾਜ਼ ਜਿਹੜੀ ਹੈ ਪੜ੍ਹ। ਫਿਰ ਕਹਿੰਦੇ ਜੋ ਸਿਰ ਸਾਈਂ ਨਾ ਨਿਵੇ। ਸਾਈਂ ਇੱਥੇ ਕਿਹਾ ਗਿਆ ਹੈ ਪਰਮਾਤਮਾ। ਸਿਰ ਯਾਨੀ ਕਿ ਸਾਡਾ ਜਿਹੜਾ ਸਿਰ ਹੈ, ਕਿ ਜਿਹੜਾ ਸਿਰ ਪਰਮਾਤਮਾ ਦੇ ਅੱਗੇ ਨਿਵਦਾ ਨਹੀਂ, ਝੁਕਦਾ ਨਹੀਂ ਹੈ, ਜਿਹੜਾ ਸਿਰ ਪਰਮਾਤਮਾ ਦੇ ਅੱਗੇ ਨਹੀਂ ਝੁਕਦਾ, ਸੋ ਸਿਰ ਕੱਪ ਉਤਾਰ। ਕੱਪ ਮਤਲਬ ਕੱਟ ਦੋ ਉਹਨੂੰ, ਚਾਕੂ ਨਾਲ ਕਿਸੇ ਔਜ਼ਾਰ ਨਾਲ ਕੱਟ ਦੋ, ਕਿ ਉਸ ਸਿਰ ਨੂੰ ਕੱਟ ਦੇਣਾ ਚਾਹੀਦਾ, ਸਰੀਰ ਤੋਂ ਅਲੱਗ ਕਰ ਦੇਣਾ ਚਾਹੀਦਾ, ਧੜ ਤੋਂ ਅਲੱਗ ਕਰ ਦੇਣਾ ਚਾਹੀਦਾ ਹੈ। ਜੋ ਸਿਰ ਸਾਈਂ ਨਾ ਨਿਵੇ। ਫਿਰ ਉਹੀ ਲਾਈਨ ਕਹਿ ਰਹੇ ਕਿ ਜਿਹੜਾ ਸਿਰ ਪਰਮਾਤਮਾ ਦੇ ਅੱਗੇ ਨਹੀਂ ਝੁਕਦਾ, ਸੋ ਸਿਰ ਕੀਜੇ ਕਾਏ, ਕਿ ਉਸ ਸਿਰ ਦਾ ਕਰਨਾ ਕੀ। ਕੀਜੇ ਕਾਏ ਮਤਲਬ ਉਹਦਾ ਕੀ ਕਰਨਾ। ਜਿਹੜਾ ਇਨਸਾਨ ਪਰਮਾਤਮਾ ਦੇ ਅੱਗੇ ਮਾਲਕ ਦੀ ਬੰਦਗੀ ਨਹੀਂ ਕਰਦਾ, ਰੱਬ ਅੱਗੇ ਝੁਕਦਾ ਹੀ ਨਹੀਂ, ਉਸ ਸਿਰ ਦਾ ਕੀ ਲਾਭ ਹੈ। ਅਜਿਹਾ ਸਿਰ ਤਾਂ ਵਿਅਰਥ ਹੈ। ਕੁੰਨੇ ਹੇਠ ਜਲਾਈਏ। ਕੁੰਨੇ ਦਾ ਮਤਲਬ ਹੁੰਦਾ ਹੈ ਹਾਂਡੀ, ਕੜਾਈ ਜਾਂ ਕੁੱਕਰ, ਕੋਈ ਬਰਤਨ। ਹੇਠ ਜਲਾਈਏ ਕਿ ਉਹਦੇ ਥੱਲੇ ਜਲਾ ਦੇਣਾ ਚਾਹੀਦਾ ਹੈ। ਬਾਲਣ ਥੰਦੇ ਸੰਦੇ ਖਾਏ। ਬਾਲਣ ਮਤਲਬ ਜਿਹੜਾ ਵੀ ਅਸੀਂ ਅੱਗ ਜਲਾਉਣ ਵਾਸਤੇ ਲੱਕੜੀਆਂ ਜਾਂ ਕੋਲੇ ਦਾ ਇਸਤੇਮਾਲ ਕਰਦੇ ਹਾਂ, ਤੇ ਕਿ ਉਸਨੂੰ ਬਾਲਣ ਕਹਿੰਦੇ ਹਨ। ਤੇ ਕਹਿੰਦੇ ਕਿ ਜਿਹੜਾ ਸਿਰ ਪਰਮਾਤਮਾ ਦੇ ਅੱਗੇ ਨਹੀਂ ਝੁਕਦਾ, ਉਹਨੂੰ ਕੱਟ ਦੇਣਾ ਚਾਹੀਦਾ ਹੈ। ਜਿਹੜਾ ਸਿਰ ਪਰਮਾਤਮਾ ਦੇ ਅੱਗੇ ਨਹੀਂ ਝੁਕਦਾ, ਉਹ ਵਿਅਰਥ ਹੈ। ਉਸ ਸਿਰ ਨੂੰ ਕਿਸੇ ਹਾਂਡੀ ਜਾਂ ਬਰਤਨ ਜਿਸ ਖਾਣਾ ਬਣ ਰਿਹਾ, ਉਹਦੇ ਥੱਲੇ ਅੱਗ ਦੇ ਵਿੱਚ ਜਲਾ ਦੇਣਾ ਚਾਹੀਦਾ ਉਸ ਸਿਰ ਨੂੰ। ਸਿਰ ਦਾ ਕੋਈ ਫਾਇਦਾ ਨਹੀਂ ਜਿਹੜਾ ਪਰਮਾਤਮਾ ਦੇ ਅੱਗੇ ਝੁਕਦਾ ਨਹੀਂ ਹੈ। ਸੋ ਅਜਿਹੇ ਹੰਕਾਰੇ ਵਿਅਕਤੀ ਨੂੰ, ਜੋ ਸਿਰ ਹੀ ਨਹੀਂ ਪਰਮਾਤਮਾ ਅੱਗੇ ਝੁਕਾਉਂਦਾ, ਉਸ ਦੇ ਸਿਰ ਨੂੰ ਸੁੱਕੀ ਲੱਕੜ ਸਮਝ ਕੇ ਜਾਂ ਕੋਲਾ ਸਮਝ ਕੇ ਚੁੱਲ੍ਹੇ ਦੇ ਥੱਲੇ ਬਾਲ ਦੇਣਾ ਚਾਹੀਦਾ ਹੈ। ਸੋ ਸ਼ੇਖ ਫਰੀਦ ਜੀ ਦਾ ਅਗਲਾ ਪੈਰਾ ਹੈ, ਬਹੁਤ ਹੀ ਜੀਵਨ ਦੀ ਜਿਹੜੀ ਅਟਲ ਸੱਚਾਈ ਹੈ ਨਾ, ਕਹਿੰਦੇ ਨੇ ਕਿ ਜੀਣਾ ਝੂਠ ਹੈ ਤੇ ਮਰਨਾ ਸੱਚ ਹੈ। ਇਹ ਪੈਰਾ ਉਸਨੂੰ ਸਾਰਥਕ ਕਰ ਰਿਹਾ ਹੈ। ਇਸ ਪੈਰੇ 'ਚ ਬਾਰੇ ਜ਼ਿੰਦਗੀ ਦੀ ਅਟਲ ਸੱਚਾਈ ਬਾਰੇ ਦੱਸਿਆ ਹੈ। ਫਰੀਦਾ ਤਨ ਸੁੱਕਾ। ਫਰੀਦ ਜੀ ਕਹ ਰਹੇ ਤਨ ਮਤਲਬ ਸਰੀਰ, ਸੁੱਕਾ ਮਤਲਬ ਸੁੱਕ ਗਿਆ ਹੈ ਬਿਲਕੁਲ, ਜਿਵੇਂ ਮਾंस ਉੱਤੋਂ ਖਤਮ ਹੋ ਗਿਆ ਹੈ, ਪਿੰਜਰ ਹੱਡੀਆਂ ਦੀ ਮੁੱਠ ਰਹਿ ਗਿਆ ਹੈ। ਪਿੰਜਰ ਥੀਆ ਕਿ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਿਆ। ਪਿੰਜਰ ਮਤਲਬ ਹੱਡੀਆਂ ਦੀ ਮੁੱਠ, ਥੀਆ ਮਤਲਬ ਹੋ ਗਿਆ ਹੈ, ਸੁੱਕਾ ਮਤਲਬ ਸਰੀਰ ਸੁੱਕ ਗਿਆ ਹੈ। ਕਿ ਫਰੀਦ ਜੀ ਕਹ ਰਹੇ ਨੇ ਬੁਢਾਪੇ ਵਿੱਚ ਇਨਸਾਨ ਦਾ ਸਰੀਰ ਸੁੱਕ ਗਿਆ ਹੈ, ਬਿਲਕੁਲ ਹੱਡੀਆਂ ਦੀ ਮੁੱਠ 'ਤੇ ਰਹਿ ਗਿਆ ਹੈ। ਤਲੀਆਂ ਯਾਨੀ ਕਿ ਹੱਥ ਦੀ ਤਲੀ, ਜਿਹੜਾ ਹੱਥ ਹੁੰਦਾ ਹਥੇਲੀ, ਉਹਨੂੰ ਹਥੇਲੀ ਨੂੰ ਕਹਿੰਦੇ ਤਲੀਆਂ। ਖੁੰਡੇ ਕਾਗ ਮਤਲਬ ਜਿਹੜਾ ਕਾਂ ਜਾਂ ਕਊਆ ਹੁੰਦਾ, ਉਹਨੂੰ ਕਹਿੰਦੇ ਨੇ ਕਾ। ਖੁੰਡੇ ਮਤਲਬ ਆਪਣੀ ਚੋਂਚ ਜਾਂ ਚੁੰਝ ਮਾਰਦਾ ਪਿਆ ਤਲੀਆਂ ਤੇ। ਫਰੀਦ ਜੀ ਕਹਿ ਰਹੇ ਨੇ ਕਿ ਇਨਸਾਨ ਬਜ਼ੁਰਗ ਹੋ ਗਿਆ ਹੈ, ਬੁੱਢਾ ਹੋ ਗਿਆ ਹੈ, ਉਹਦਾ ਸਰੀਰ ਤੇ ਮਾਸ ਜਿਹੜਾ ਸੁੱਕ ਗਿਆ ਹੈ, ਹੱਡੀਆਂ ਦੀ ਮੁੱਠ ਬਣ ਕੇ ਰਹਿ ਗਿਆ ਹੈ। ਉਹਦੇ 'ਚ ਇੰਨੀ ਹਿੰਮਤ ਨਹੀਂ ਕਿ ਉਹ ਜਿਹੜਾ ਕਾਂ ਹੈ ਉਹਦੇ ਆ ਕੇ ਹੱਥਾਂ ਤੇ ਚੁੰਝ ਮਾਰ ਕੇ ਉਹਦਾ ਮਾਸ ਖਾ ਰਿਹਾ, ਉਹਨੂੰ ਉਡਾ ਵੀ ਸਕੇ। ਅਜੇ ਸੋ ਰੱਬ ਨਾ ਬੋਹੜਿਆ ਕਿ ਹਜੇ ਤੱਕ ਰੱਬ ਨੂੰ ਮਿਲਿਆ ਨਹੀਂ ਹੈ, ਕਿ ਇਨਸਾਨ ਮਰਨ ਦੇ ਕਿਨਾਰੇ ਹੈ। ਫਿਰ ਕਿ ਸਰੀਰ ਜਿਹੜਾ ਬੁਢਾਪੇ ਕਾਰਨ ਬਹੁਤ ਹੀ ਕਮਜ਼ੋਰ ਹੋ ਗਿਆ, ਹੱਡੀਆਂ ਦੀ ਮੁੱਠ ਰਹਿ ਗਿਆ ਹੈ, ਤੇ ਜਿਹੜਾ ਕਾਂ ਹੈ, ਮੌਤ ਰੂਪੀ ਜਿਹੜਾ ਕਾਂ, ਉਹਦੀ ਤਲੀਆਂ ਨੂੰ ਠੁੰਗੇ ਮਾਰ ਰਿਹਾ ਹੈ। ਸਰੀਰ ਦਾ ਯਾਨੀ ਕਿ ਅੰਤ ਨੇੜੇ ਆ ਗਿਆ ਹੈ ਬਿਲਕੁਲ। ਪਰ ਬੰਦੇ ਦੀ ਕਿਸਮਤ ਕਿੰਨੀ ਮਾੜੀ ਕਿ ਉਸਨੂੰ ਹਜੇ ਤੱਕ ਵੀ ਰੱਬ ਦਾ ਮਿਲਾਪ ਜਿਹੜਾ ਕਿ ਪ੍ਰਾਪਤ ਨਹੀਂ ਹੋਇਆ, ਉਸਨੂੰ ਰੱਬ ਨਹੀਂ ਮਿਲਿਆ। ਅਜੇ ਸੋ ਰੱਬ ਨਾ ਬੋਹੜਿਆ ਕਿ ਹਜੇ ਤੱਕ ਰੱਬ ਨਹੀਂ ਉਹਨੂੰ ਮਿਲਿਆ। ਉਸਦੀ ਕਿਸਮਤ ਕਿੰਨੀ ਬੁਰੀ ਹੈ। ਕਿਉਂ ਬੁਰੀ ਹੈ? ਕਿਉਂਕਿ ਉਸਨੇ ਸਾਰਾ ਜੀਵਨ ਜੀਂਦੇ ਹੋਏ ਰੱਬ ਦਾ ਨਾਮ ਨਹੀਂ ਲਿਆ, ਸਿਮਰਨ ਨਹੀਂ ਕੀਤਾ, ਕੋਈ ਚੰਗੇ ਕਰਮ ਨਹੀਂ ਕੀਤੇ। ਫਿਰ ਅਗਲੀ ਲਾਈਨ ਵਿੱਚ ਸ਼ੇਖ ਫਰੀਦ ਜੀ ਕਹਿ ਰਹੇ ਹਨ, ਕਾਗਾ ਕਰਗ ਟੰਡੋਲਿਆ ਕਿ ਹੇ ਕਾਲੇ ਰੰਗ ਦੇ ਕਾਂ, ਹੇ ਕਾਲੇ ਰੰਗ ਦੇ ਜਿਹੜੇ ਤੂੰ ਕਾਂ ਹੈ, ਕਾਗਾ ਕਰਗ ਟੰਡੋਲਿਆ, ਕਾਲੇ ਰੰਗ ਦੇ ਕਾਂ, ਤੂੰ ਮੇਰਾ ਸਾਰਾ ਸਰੀਰ ਜਿਹੜਾ ਹੈ ਮਾਸ ਜਿਹੜਾ ਉਸਨੂੰ ਨੋਚ ਕੇ ਖਾ ਰਿਹਾ, ਉਹਨੂੰ ਖਾਂਦਾ ਪਿਆ ਵਾ। ਸਗਲਾ ਖਾਇਆ ਮਾਸ, ਸਗਲਾ ਮਤਲਬ ਪੂਰੇ ਮੇਰੇ ਸਰੀਰ ਦਾ ਤੂੰ ਮਾਸ ਖਾ ਰਿਹਾ ਹੈ। ਮੌਤ ਰੂਪੀ ਕਾਂ ਹੈ, ਤੇ ਕੋਈ ਸੱਚਮੁੱਚ ਕਾਂ ਨਹੀਂ ਬੈਠਾ ਹੋਇਆ, ਕਊਆ ਨਹੀਂ ਬੈਠਾ, ਮੌਤ ਨੂੰ ਕਾਂ ਦਾ ਰੂਪ ਦਿੱਤਾ ਹੈ।
क्या कि मौत रूपी ਕਾਂ ने मेरा सारा पिंजर फोल मारिया है, मेरा पिंजर यानी कि मेरा शरीर फोल मारिया तो मेरे सारे शरीर का मांस खा लिया है। ਇਹ ਦੋ ਨੈਣ ਮਤਲਬ ਇਹ ਅੱਖਾਂ ਮਤ ਛੁਹਿਓ, ਇਹਨਾਂ ਅੱਖਾਂ ਨੂੰ ਨਾ ਛੇੜੀ, ਇਹ ਮੌਤ ਰੂਪੀ ਕਾਂ ਕਹੇ ਮੇਰੀ ਅੱਖਾਂ ਨੂੰ ਨਾ ਛੇੜੀ। ਫਿਰ ਦੇਖਣ ਕੀ ਆਸ, ਕਿ ਮੈਨੂੰ ਹਜੇ ਵੀ ਆਸ ਹੈ ਕਿ ਤੂੰ ਮੇਰੇ ਸਾਰੇ ਸਰੀਰ ਚੋਂ ਜਾਨ ਨਿਕਾਲ ਲੈ। ਜਿਵੇਂ ਇਨਸਾਨ ਦੀ ਮੌਤ ਹੁੰਦੀ ਹੈ, ਉਸਦੀ ਜਾਨ ਨਿਕਲਦੀ ਤੇ ਇੱਕਦਮ ਉਸਦੇ ਸਰੀਰ ਚੋਂ ਜਾਨ ਨਿਕਲ ਜਾਂਦੀ ਤਾਂ ਸਰੀਰ ਠੰਡਾ ਹੋ ਜਾਂਦਾ ਹੈ, ਪਰ ਉਹ ਇਹ ਕਹਿ ਰਿਹਾ ਕਿ ਮੇਰੇ ਸਾਰੇ ਸਰੀਰ 'ਚ ਚਾਹੇ ਸ਼ਕਤੀ ਖਤਮ ਹੋ ਜਾਏ, ਜਾਨ ਖਤਮ ਹੋ ਜਾਏ, ਲੇਕਿਨ ਅੱਖਾਂ ਨੂੰ ਹਜੇ ਨਾ ਮੇਰੇ ਕੋਲ ਲੈ ਕੇ ਜਾਈਂ, ਕਿਉਂਕਿ ਮੈਨੂੰ ਹਜੇ ਵੀ ਆਸ ਹੈ ਕਿ ਸ਼ਾਇਦ ਮੈਨੂੰ ਪਰਮਾਤਮਾ ਜਿਹੜਾ ਮੇਰੇ ਦਰਸ਼ਨ ਦੇ ਦੇਵੇ, ਮੈਨੂੰ ਮੇਰਾ ਮੌਤ ਵੇਲੇ ਮੈਨੂੰ ਪਰਮਾਤਮਾ ਜਿਹੜਾ ਹੈ ਮਿਲ ਜਾਏ। ਕਈਆਂ ਲੋਕਾਂ ਦਾ ਤੁਸੀਂ ਸੁਣਿਆ ਹੈਗੇ, ਕਹਿੰਦੇ ਨੇ ਕਿ ਕਈਆਂ ਦੀ ਮੌਤ ਜਦੋਂ ਆਉਂਦੀ ਉਹ ਪੂਰੀ ਰਾਤ ਜਿਹੜਾ ਹੈ ਕਿ ਪਏ ਰਹਿੰਦੇ ਨੇ, ਉਹਨਾਂ ਦਾ ਅੱਧਾ ਸਰੀਰ ਠੰਡਾ ਅੱਧਾ ਗਰਮ ਹੁੰਦਾ ਹੈ। ਉਸੇ ਤਰ੍ਹਾਂ ਇਹ ਕਹਿ ਰਿਹਾ ਹੈ ਕਿ ਮੇਰੇ ਸਰੀਰ 'ਚੋਂ ਜਾਨ ਨਿਕਲ ਜਾਏ, ਪਰ ਮੇਰੀਆਂ ਅੱਖਾਂ ਲਾਸਟ ਤੱਕ ਰਹਿਣ ਦੇਵੀਂ, ਅਖੀਰ ਤੱਕ ਰਹਿਣ ਦੀ, ਸ਼ਾਇਦ ਮੈਨੂੰ ਪਰਮਾਤਮਾ ਜਿਹੜਾ ਹੈ ਦਰਸ਼ਨ ਦੇ ਦੇਵੇ ਵੀ। फिर अगे कह रहे हैं कागा यानी कि हे कौए, कागा चूंड ना पिंजरा, कि हे मौत रूपी जड़ी एक मौत रूपी कौए या ਕਾਂ है कि तू मेरे शरीर ਨੂੰ ਚੋਂਚ ਨਾ ਮਾਰ, ਮੈਨੂੰ ਨਾ ਮੇਰੇ ਸਰੀਰ ਨੂੰ ਖਾ, ਮੈਨੂੰ ਸਰੀਰ ਨੂੰ ਨਾ ਖਾ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ। ਬਸੇ ਤਾਂ ਉਡਰ ਜਾ, ਕਹਿੰਦੇ ਕਿ ਜੇਕਰ ਇਹ ਤੇਰੇ ਗੱਲ ਵਸਦੀ ਹੈ ਕਿ हे ਮੌਤ ਰੂਪੀ ਕਾਂ ਤੂੰ ਮੇਰੇ ਸਰੀਰ ਨੂੰ ਚੁੰਝਾ ਨਾ ਮਾਰ, ਤੂੰ ਸਗੋਂ ਉੱਡੀ ਜਾ, ਤੂੰ ਇੱਥੋਂ ਚਲਾ ਜਾ, ਮੈਨੂੰ ਨਾ ਲੈ ਕੇ ਜਾ ਵੀ। जिस पिंजरे मेरा सह वसे, जित मतलब जेड़े पिंजरे विच, जिस शरीर विच मेरा सह वसे, सह मतलब मेरा प्रभु मेरा पति जेड़ा वसदा है, मांस ना तिद खा, उसदा तू मांस ना खा। कि हे मौत रूपी ਕਾਂ मैं तेरे अगे बेनती करदा हाँ कि तू मेरे पिंजरे नूं ठुंगे या चोंच ना मार, जेकर तेरे वस विच है तो तू प्लीज़ उत्थों ओडी जा भी, चला जा। जिस शरीर विच, इस शरीर विच मेरा कहंदे ना कि रब साडे शरीर 'च ही वसदा है, मन 'च ही वसदा है, कि इसलिए इस शरीर विच मेरा खसम या मेरा प्रभु वस रहा है, उस विचों तू मांस ना खा। पहले की क्या, पहले दो लाइनां च की क्या फरीद जी ने कि इंसान दी मौत नेड़े आई है, शरीर बजुर्ग हो चुका है, सुक गया है, हड्डियां दी मुठ बन के रह गया है, मौत रूपी ਕਾਂ जिहड़ा शरीर उन्होंने नोच रहा है, पर हजे तक उन्होंने रब नहीं मिलिया। देख बंदे के भाग की, बंदे की किस्मत कैसी है। फिर अगली दो लाइनां च कह रहा है कि काले कौए तू मेरा सारा जिहड़ा शरीर नूं फोल मारिया है, सगला खाए मांस, तू सारा मेरा मांस खा जा। बेशक मौत रूपी ਕਾਂ ਨੂੰ कह रहे मेरा सारा मांस खा जा, लेकिन ये मेरी दो अखां नूं ना छेड़ी, मैनू हजे भी उम्मीद है कि अंत तक मैनू परमात्मा जिहड़ा अपने दर्शन दे देगा। फिर अगली दो लाइनें कह रहे कि कागा चूंड ना पिंजरा, कि हे मौत रूपी ਕਾਂ मेरे शरीर नूं ना चूंड मार, ना चोंच मार के खा, बसे तां उडर जा, जे तेरे वास्ते तो तू ओडी चला जा, इत्थों चला जा। जिस शरीर विच मेरा परमात्मा वसदा है उसका मांस प्लीज़ तू ना खा। ये जीवन की अटल सच्चाई नूं बयान किया गया है इस पैरे विच। सो अगला जिहड़ा और लास्ट पैरा है, अगले कैरे की कह रहे हैं, ये भी साडी जिंदगी के हालातों को बयान करता है कि अजकल जिहड़ा कहंदे ना कि सच्चा गुरु नहीं मिलता, जिहड़े फकीर बाबे भी बने फिरदे किन्ने झूठे हुंदे गए हैं, उस बारे है सारा। कह रहे हैं कि फरीदा कन मुसल्ला, फरीद जी कह रहे हैं कन मतलब इत्थे कन जिहड़ा कन है नहीं, इत्थे कन मतलब कंधे उत्ते, मोढे उत्ते। मुसल्ला मतलब नमाज पढ़न वास्ते जिहड़े मुसलमान होंदे, एक चटाई जी रखते हैं, एक दरी जी रखते हैं ना विछा के जिते नमाज करते हैं, उसनों कहते हैं मुसल्ला। कि कंधे उत्ते अपने, उसने एक फकीर है, उसने कंधे उत्ते अपने की रखी हुई है, नमाज पढ़न की चटाई रखी हुई है, या एक चद्दर कह लो या दरी कुछ भी रखा हुआ है। सूफू गल, सूफू मतलब काला ऊन का कपड़ा होंदा, जिसनों सूफी दरवेश या सूफी साधु जिहड़े होंदे ने, फकीर होंदे ने, वो पाउंदे ने। कि उन्हें गले च की पाया, काला ऊन वाला जिहड़ा कपड़े का कोई चोगा पाया हुआ है। दिल काती का मतलब होंदा छुरी, तेजदार कोई भी हथियार। गुड़वात, मूँह विच गुड़ रखिया होया है, मूँह विच गुड़ रखन और दिल च काती रखन तो भाव है कि मूँह तो बड़ा मिठा बोलता है वो फकीर जिहड़ा साधु है, लेकिन वो दिल च की है, पाप है, नफरत है, वो चंगा साधु या चंगा दरवेश या फकीर नहीं है। फरीदा कन मुसल्ला सूफू गल, दिल काती गुड़वात, की दिखण तो कोई भी तुहाडी गली च या कुछ भी एक साधु या दरवेश आंदा है कि उन्हें अपने कंधे ते नमाज पढ़ने लिए चटाई या दरी भी रखी हुई है, उसने काला चोगा भी पाया हुआ है, लेकिन वो भी बहुत मिठा बोलता है, पर उसके दिल च की है, छल कपट है। बाहर दिसे चानना, कि बाहरों उन्होंने देखन जो दिख तो लगेगा कि बहुत ही उच्चा पहुंचा फकीर है, उच्चा साधु है। दिल अंधियारी रात, लेकिन उसके दिल च की है, पाप है, अच्छा वो साधु नहीं है। फरीदा काले मैंडे कपड़े, फिर फरीद जी कह रहे हैं काले मैंडे कपड़े, काला मैडा वेस। मैडा का मतलब होंदा है मेरा, वेस मतलब इत्थे पहरावा, कि मेरे काले कपड़े ने, मैं काले रंग के कपड़े पाए ने, काला मैडा वैसे बिल्कुल काला रूप जड़ा बनाया हुआ है।
ਗੁਨਾਹੀ ਭਰਿਆ ਮੈਂ ਫਿਰਾਂ, ਕਿ ਮੇਰੇ ਅੰਦਰ ਤਾਂ ਗੁਨਾਹ ਨੇ ਬਹੁਤ ਭਰੇ ਹੋਏ, ਮੈਂ ਤਾਂ ਬਹੁਤ ਪਾਪੀ ਹਾਂ। ਲੋਕ ਕਹੇ ਦਰਵੇਸ਼, ਲੇਕਿਨ ਮੇਰੀ ਦਿੱਖ ਨੂੰ ਵੇਖ ਕੇ, ਮੇਰੇ ਕੱਪੜਿਆਂ ਨੂੰ ਵੇਖ ਕੇ ਲੋਕ ਕਹਿੰਦੇ ਨੇ ਕਿ ਕੋਈ ਦਰਵੇਸ਼, ਕੋਈ ਸਾਧੂ ਆਇਆ ਹੈ। ਯਾਨੀ ਕਿ ਫਰੀਦ ਜੀ ਫਰਮਾਉਂਦੇ ਹਨ ਕਿ ਜਿਹੜੇ ਪਖੰਡੀ ਸਾਧੂ ਹੁੰਦੇ ਹਨ, ਮੋਢੇ ਤੇ ਨਮਾਜ਼ ਪੜ੍ਹਨ ਲਈ ਇੱਕ ਚਟਾਈ ਜੀ ਵੀ ਰੱਖ ਲੈਣਗੇ, ਕਾਲੇ ਉਹਦੇ ਕੱਪੜੇ ਵੀ ਪਾ ਲੈਣਗੇ, ਪਹਿਰਾਵੇ ਤੋਂ ਐਂ ਲੱਗੇਗਾ ਕਿ ਪੂਰਾ ਫਕੀਰ ਹੈ। ਉਹਨਾਂ ਦੀ ਜ਼ੁਬਾਨ ਵੀ ਬੜੀ ਮਿੱਠੀ ਹੁੰਦੀ, ਪਰ ਦਿਲ ਜਿਹੜਾ ਸਾਫ਼ ਨਹੀਂ ਹੁੰਦਾ ਹੈ। ਇਹ ਜਿਹੇ ਪਖੰਡ ਜਿਹੜੇ ਭਰੇ ਦਿਖਾਵੇ ਕਰਨ ਵਾਲੇ ਜਿਹੜੇ ਹੁੰਦੇ ਨੇ ਨਾ ਸਾਧੂ, ਇਹ ਬਾਹਰੋਂ ਤਾਂ ਬੜਾ ਲੱਗਦਾ ਹੈ ਕਿ ਰੱਬ ਦਾ ਗਿਆਨ ਰੱਖਣ ਵਾਲੇ ਨੇ, ਪਰ ਅਸਲ ਵਿੱਚ ਦਿਲੋਂ ਇਹਨਾਂ ਦੇ ਦਿਲ ਵਿੱਚ ਇਹਨਾਂ ਦੇ ਅੰਦਰ ਅਗਿਆਨਤਾ ਹੁੰਦੀ ਹੈ, ਇਹਨਾਂ ਨੂੰ ਅਸਲੀ ਰੱਬ ਬਾਰੇ ਪਤਾ ਨਹੀਂ ਹੁੰਦਾ। ਫਿਰ ਫਰੀਦ ਜੀ ਵੀ ਕਹਿੰਦੇ ਹਨ ਕਿ ਇਹਨਾਂ ਦੇ ਕੱਪੜਿਆਂ ਦਾ ਰੰਗ ਕਾਲਾ ਹੈ, ਪਹਿਰਾਵਾ ਕਾਲਾ ਹੈ, ਪਰ ਇਹ ਫਕੀਰਾਂ ਵਾਲੇ ਇਹਨਾਂ ਅੰਦਰ ਗੁਣ ਜਿਹੜੇ ਨਹੀਂ ਹੁੰਦੇ ਨੇ। ਇਹਨਾਂ ਦੀ ਦਿੱਖ ਨਾਲ ਪਹਿਰਾਵੇ ਨੂੰ ਵੇਖ ਕੇ ਲੋਕ ਕਹਿੰਦੇ ਹਨ ਕਿ ਫਕੀਰ ਆ ਗਿਆ, ਲੇਕਿਨ ਉਹਨਾਂ ਦੇ ਅੰਦਰ ਕੀ ਭਰੇ ਹੋਏ ਨੇ? ਗੁਨਾਹ ਭਰੇ ਹੋਏ ਹਨ। ਸੋ ਇਹ ਸੀ ਸਾਰੀ ਫਰੀਦ ਜੀ ਦੀ ਅੱਜ ਜੋ ਮੈਂ ਤੁਹਾਨੂੰ ਰਚਨਾ ਪੜ੍ਹਾਈ ਹੈ। ਉਮੀਦ ਕਰ ਰਹੀ ਹਾਂ ਤੁਹਾਨੂੰ ਸਮਝ ਆ ਗਈ ਹੋਏਗੀ, ਪਰ ਫਿਰ ਵੀ ਜੇ ਕੋਈ ਚੀਜ਼ ਰਹੇਗੀ, ਨਹੀਂ ਸਮਝ ਆਈ, ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ, ਮੈਂ ਉਸ ਨੂੰ ਦੁਬਾਰਾ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ।